Dear students, let's discuss some most expected questions from examination point of view. Question number 1. A ladder rests against a wall at an angle alpha to the horizontal. Its foot is pulled away from the wall through a distance A so that it slides a distance B down the wall, making an angle beta with the horizontal. Show that A over B is equal to cos beta minus cos alpha over sin alpha minus sin beta. ਸਟੂਡੈਂਟਸ ਸਭ ਤੋਂ ਪਹਿਲਾਂ ਆਪਾਂ ਕੁਐਸਚਨ ਅੰਡਰਸਟੈਂਡ ਕਰਦੇ ਹਾਂ। ਇਸ ਕੁਐਸਚਨ ਦੇ ਵਿੱਚ ਸਾਨੂੰ ਇੱਕ ਲੈਡਰ ਦਿੱਤੀ ਹੋਈ ਹੈ ਜੋ ਕਿ ਇੱਕ ਵਾਲ ਦੇ ਨਾਲ ਲਗਾਈ ਗਈ ਹੈ। ਤਾਂ ਇਹ ਲੈਡਰ ਵਾਲ ਦੇ ਨਾਲ ਲੱਗਣ ਤੋਂ ਬਾਅਦ ਗਰਾਊਂਡ ਦੇ ਨਾਲ ਅਲਫਾ ਡਿਗਰੀ ਦਾ ਐਂਗਲ ਬਣਾ ਰਹੀ ਹੈ। ਫਿਰ ਇਸ ਲੈਡਰ ਨੂੰ A ਯੂਨਿਟਸ ਪਿੱਛੇ ਖਿੱਚ ਦਿੱਤਾ ਗਿਆ ਹੈ। ਇਹਦੇ ਨਾਲ ਕੀ ਹੋਇਆ ਕਿ ਇਹ ਜਿਹੜੀ ਲੈਡਰ ਸੀ ਦੀਵਾਰ ਤੋਂ 20 ਯੂਨਿਟਸ ਨੀਚੇ ਡਾਊਨ ਹੋ ਗਈ। ਹੁਣ ਇਹੀ ਲੈਡਰ ਗਰਾਊਂਡ ਦੇ ਨਾਲ ਬੀਟਾ ਡਿਗਰੀ ਦਾ ਐਂਗਲ ਬਣਾ ਰਹੀ ਹੈ ਤੇ ਅਸੀਂ ਇਸ ਨੂੰ ਪ੍ਰੂਵ ਕਰਨਾ ਹੈ। ਹੁਣ ਅਗਲਾ ਸਟੈਪ ਹੈ ਸਾਡਾ ਡਿਸਕ੍ਰਿਪਸ਼ਨ ਲਿਖਣ ਦਾ। ਡਿਸਕ੍ਰਿਪਸ਼ਨ ਆਪਾਂ ਕਿਵੇਂ ਲਿਖਣੀ ਹੈ? ਲੈਟ AB ਇਜ਼ ਦ ਲੈਡਰ ਐਂਡ BC ਇਜ਼ ਦ ਹਾਈਟ ਆਫ ਦ ਵਾਲ ਐਂਡ ਲੈਟ the ladder AB makes an angle alpha with the ground. Now in second case the ladder is pulled down so that it slides B units from the wall and it extends to point A so that CE is equal to Y plus A and let height of the wall is H units. ਕੁਐਸਚਨ ਨੂੰ ਸੋਲਵ ਕਰਦੇ ਹੋਏ ਇੱਕ ਆਪਾਂ ਜਿਹੜਾ ਹੋਰ ਧਿਆਨ ਰੱਖਣਾ ਉਹ ਕੀ ਹੈ ਕਿ AB ਇਜ਼ ਇਕੁਅਲ ਟੂ ED ਬਿਕੋਜ਼ ਇਟ ਇਜ਼ ਲੈਂਥ ਆਫ ਦਾ ਲੈਡਰ। ਤਾਂ ਆਪਾਂ AB ਤੇ ED ਦੋਹਾਂ ਨੂੰ ਹੀ ਆਪਾਂ X ਯੂਨਿਟ ਸਿਲੈਕਟ ਕਰ ਲੈਣਾ ਹੈ ਤਾਂ ਕਿ ਕੁਐਸਚਨ ਸਾਨੂੰ ਸੋਲਵ ਕਰਨਾ ਈਜ਼ੀ ਰਹੇ। ਸਟੂਡੈਂਟਸ ਇਸ ਸਮ ਨੂੰ ਸੋਲਵ ਕਰਨ ਵਾਸਤੇ ਅਸੀਂ ਲਵਾਂਗੇ ਰਾਈਟ ਟ੍ਰਾਇੰਗਲ BCA ਤੇ ਇੱਕ ਵਾਰ ਰਾਈਟ ਟ੍ਰਾਇੰਗਲ ਲਵਾਂਗੇ DCE ਤੇ ਇਹਨਾਂ ਦੋਨਾਂ ਟ੍ਰਾਇੰਗਲਸ ਦੇ ਵਿੱਚੋਂ ਅਸੀਂ ਸਾਈਨ ਐਲਫਾ ਤੇ ਕਾਸ ਐਲਫਾ, ਸਾਈਨ ਬੀਟਾ ਤੇ ਕਾਸ ਬੀਟਾ ਜਿਹੜੇ ਸਾਡੇ ਇਸ ਕੁਐਸਚਨ ਦੇ ਵਿੱਚ ਟੀ ਰੇਸ਼ੀਓਜ਼ ਹੈ ਉਹਨਾਂ ਨੂੰ ਅਸੀਂ ਬਣਾ ਲੈਣਾ ਹੈ। ਪਹਿਲਾਂ ਮੈਂ ਲਈ ਰਾਈਟ ਟ੍ਰਾਇੰਗਲ BCA, ਇਹਦੇ ਵਿੱਚ H ਓਵਰ X BC ਓਵਰ AB ਇਕੁਅਲ ਟੂ ਸਾਈਨ ਐਲਫਾ ਬਣ ਚੁੱਕਿਆ ਹੈ। ਇਸੇ ਹੀ ਟ੍ਰਾਇੰਗਲ ਦੇ ਵਿੱਚ AC ਓਵਰ AB ਬਣ ਚੁੱਕਿਆ ਕਾਸ ਐਲਫਾ ਤਾਂ y over x ਬਣ ਗਿਆ ਆਪਣੇ ਕੋਲੇ cos alpha. ਅਗਲੀ in right triangle DCE DC over ED is equal to sin beta and EC over ED is equal to cos beta. ਇਹ ਆਪਾਂ ਦੋਨੋਂ ਹੀ ਟੀ ਰੇਸ਼ੀਓਜ਼ ਦੁਬਾਰਾ ਬਣਾ ਲਈਆਂ। ਇਸ ਤਰੀਕੇ ਦੇ ਨਾਲ ਸਾਡੇ ਕੋਲੇ ਚਾਰੇ ਟੀ ਰੇਸ਼ੀਓ sin alpha, cos alpha, ਸਾਈਨ ਬੀਟਾ ਤੇ ਕਾਸ ਬੀਟਾ ਬਣ ਚੁੱਕੀਆਂ। ਟੀ ਰੇਸ਼ੀਓਜ਼ ਬਣਾਉਣ ਤੋਂ ਬਾਅਦ ਸਾਡਾ ਨੈਕਸਟ ਸਟੈਪ ਕੀ ਹੈ? ਅਸੀਂ ਕੁਐਸਚਨ ਦੇ ਵਿੱਚ ਜੋ ਸਾਨੂੰ ਕਾਸ ਬੀਟਾ ਮਾਈਨਸ ਕਾਸ ਐਲਫਾ ਤੇ ਸਾਈਨ ਐਲਫਾ ਮਾਈਨਸ ਸਾਈਨ ਬੀਟਾ ਗਿਵਨ ਹੈ ਉਸ ਦੇ ਵਿੱਚ ਅਸੀਂ ਇਹ ਚਾਰੇ ਵੈਲਿਊਜ਼ ਨੂੰ ਫਿਲ ਕਰ ਦੇਣਾ ਹੈ। ਜਿਵੇਂ ਕਿ ਮੈਂ ਕੁਐਸਚਨ ਦੇ ਵਿੱਚ ਇਹ ਵੈਲਿਊਜ਼ ਫਿਲ ਕਰ ਦਿੱਤੀਆਂ। ਵੈਲਿਊਜ਼ ਫਿਲ ਕਰਨ ਤੋਂ ਬਾਅਦ ਅਸੀਂ ਐਲਸੀਐਮ ਲੈ ਲੈਣਾ ਹੈ। ਐਲਸੀਐਮ ਲੈ ਕੇ ਇਹਨੂੰ ਸੋਲਵ ਕਰ ਲੈਣਾ ਹੈ। ਇਨ ਦਿਸ ਵੇ ਵੀ ਗੈਟ ਇਟਸ ਇਕੁਅਲ ਟੂ A over B which was required, so hence proved. Next question. Mahesh is playing with a solid toy which is in the form of a hemisphere surmounted by a right circular cone. ਤਾਂ ਸਾਨੂੰ ਇਸ ਕੁਐਸਚਨ ਦੇ ਵਿੱਚ ਇੱਕ ਮਾਡਲ ਦਿੱਤਾ ਹੋਇਆ ਹੈ ਜਿਹੜਾ ਕਿ ਹੈਮੀਸਫੀਅਰ ਸ਼ੇਪ ਹੈ ਬਾਟਮ ਤੋਂ ਤੇ ਉਹਦੇ ਉੱਪਰ ਇੱਕ ਰਾਈਟ ਸਰਕੂਲਰ ਕੋਨ ਬਣਿਆ ਹੋਇਆ ਹੈ। The height of the cone is 4 centimeter and diameter of the base is 8 centimeter. ਤਾਂ ਅਕੋਰਡਿੰਗ ਟੂ ਕੁਐਸਚਨ ਆਪਾਂ ਨੂੰ ਜੋ ਗਿਵਨ ਹੈ ਹਾਈਟ ਕੋਨ ਦੀ ਹਾਈਟ ਹੈ ਜਿਹੜੀ 4 ਸੈਂਟੀਮੀਟਰ ਹੈ ਤੇ ਜਿਹੜਾ ਇਹਦਾ ਬੇਸ ਦਾ ਡਾਇਆਮੀਟਰ ਹੈ ਉਹ ਹੈ 8 ਸੈਂਟੀਮੀਟਰ। ਜਿਹੜਾ ਕੋਨ ਦਾ ਬੇਸ ਹੈ ਉਹ ਹੀ ਸੇਮ ਹੈਮੀਸਫੀਅਰ ਦਾ ਡਾਇਆਮੀਟਰ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਰੇਡੀਅਸ ਆਫ ਹੈਮੀਸਫੀਅਰ ਇਜ਼ ਆਲਸੋ 4 ਸੈਂਟੀਮੀਟਰ as well as radius of cone is 4 centimeter. Determine the volume of the toy. ਅਸੀਂ toy ਦਾ volume find ਕਰਨਾ ਹੈ। If a cube circumscribes the toy, circumscribe ਹੁੰਦਾ ਹੈ ਜਦੋਂ ਆਪਾਂ ਇਹਦੇ ਉੱਪਰ ਇੱਕ ਕਿਊਬ ਨੂੰ ਕਵਰ ਕਰੀਏ ਤਾਂ ਕਿਊਬ ਦੀਆਂ ਸਾਈਡਸ ਇਸ ਟੋਏ ਨੂੰ ਨਾਲ ਟੱਚ ਕਰਦੀਆਂ। Then find the difference of the volumes of cube and the toy. Also find total surface area of the toy. ਤਾਂ ਡੀਅਰ ਸਟੂਡੈਂਟਸ ਇਸ ਕੁਐਸਚਨ ਦੇ 3 ਪਾਰਟ ਹੈ ਜਿਹੜੇ ਕਿ ਆਪਾਂ
ਸੋਲਵ ਕਰਨੇ ਹੈ। ਸਭ ਤੋਂ ਪਹਿਲਾਂ ਆਪਾਂ ਵੋਲੀਅਮ ਫਾਈਂਡ ਕਰਨਾ ਹੈ ਟੋਏ ਦਾ। ਅਕੋਰਡਿੰਗ ਟੂ ਕੁਐਸਚਨ radius of hemisphere is equal to 4 centimeter as well as radius of cone is also 4 centimeter and height of cone is 4 centimeter. Now we will use the formula volume of toy is equal to volume of hemisphere plus volume of cone. So by using formula 2 by 3 pi r cube plus 1 by 3 pi r square h. Now we will fill the values and solve this question. So by substituting r is equal to 4 and h is equal to 4, we get volume of toy is equal to 200.96 cubic centimeter. Students, ਇਸ question ਦੇ ਵਿੱਚ ਮੈਂ radius of hemisphere ਤੇ radius of cone ਦੋਨਾਂ ਨੂੰ ਹੀ small r ਨਾਲ denote ਕੀਤਾ ਹੈ ਕਿਉਂਕਿ ਦੋਨਾਂ ਦੀ ਵੈਲਿਊ ਸੇਮ ਹੈ। ਤੇ ਇੱਕ ਹੋਰ ਇਸ ਕੁਐਸਚਨ ਦੇ ਐਂਡ ਦੇ ਵਿੱਚ ਜਿਹੜੀ ਪਾਈ ਦੀ ਵੈਲਿਊ ਹੈ ਮੈਂ ਇਹਨੂੰ 3.14 ਲੈ ਕੇ ਕੈਲਕੂਲੇਟ ਕੀਤਾ ਹੈ। ਤੁਸੀਂ ਇਸ ਨੂੰ 22/7 ਲੈ ਕੇ ਵੀ ਕੈਲਕੂਲੇਟ ਕਰ ਸਕਦੇ ਹੋ। Now total surface area of toy is equal to curved surface area of a hemisphere plus surface area of a cone. In this part we don't have L, so first of all we will find L by using Pythagoras. L square is equal to base square plus perpendicular square. So by taking the values, I have found the value of L is equal to 4√2. Now by using the formula 2 pi r square plus pi rl and substituting the values, we will get total surface area of toy is equal to 171.6 square centimeter. And ਜਦੋਂ ਅਸੀਂ total surface area of toy ਲੈਣਾ ਹੈ ਤਾਂ curved surface area of a hemisphere ਤੇ curved surface area ਹੀ cone ਦਾ ਲੈਣਾ ਹੈ ਕਿਉਂਕਿ ਇਸ ਵਿੱਚ ਕੀ ਦੇਖਦੇ ਹਾਂ ਜਿਹੜਾ ਇਹ ਮਾਡਲ ਹੈ ਇਹ ਕੋਨ ਤੇ ਹੈਮੀਸਫੀਅਰ ਦੋਨੋਂ ਇੱਕ ਦੂਸਰੇ ਨਾਲ ਅਟੈਚ ਹੈ ਤੇ ਇਸ ਦਾ ਜਿਹੜਾ ਸੈਂਟਰ ਪਾਰਟ ਹੈ ਸਰਕਲ ਹੈ ਜਿਹੜਾ ਇਹ ਦਿਖਾਈ ਨਹੀਂ ਦੇ ਰਿਹਾ। ਜਦੋਂ ਅਸੀਂ ਬਾਹਰੋਂ ਟੋਏ ਨੂੰ ਦੇਖਦੇ ਹਾਂ ਤਾਂ ਸਾਨੂੰ ਸਿਰਫ ਇਸ ਦੇ ਕਰਵਡ ਸਰਫੇਸ ਏਰੀਆ ਹੀ ਦਿਖਾਈ ਦੇ ਰਹੇ ਹੈ। ਨੈਕਸਟ ਪਾਰਟ ਵੀ ਆਰ ਆਲਸੋ ਗਿਵਨ ਦੈਟ ਅ ਕਿਊਬ circumscribes the toy and we have to find the difference of the volume of cube and toy. So we see that cube circumscribes the toy, that's why edge of cube must be equal to diameter of the hemisphere. That's why edge of cube is equal to diameter of a hemisphere. That's equal to 8 centimeter. Now volume of cube is equal to edge cube. In this way we get volume of cube 512 cubic centimeter. The required difference is equal to volume of cube minus volume of toy, that's equal to 311.04 cubic centimeter. Friends, ਇਸ ਡਾਇਗਰਾਮ ਦੇ ਵਿੱਚ ਇਹ ਕਿਊਬ ਦਾ ਫਰੰਟ ਵਿਊ ਹੈ ਜੋ ਕਿ ਇਸ ਟੋਏ ਨੂੰ ਸਰਕਮਸਕ੍ਰਾਈਬ ਕਰ ਰਿਹਾ ਹੈ। ਸਟੂਡੈਂਟਸ, ਪ੍ਰੈਕਟਿਸ ਲਈ ਤੁਸੀਂ ਇਹ ਕੁਐਸਚਨ ਨੰਬਰ 1 ਤੇ ਕੁਐਸਚਨ ਨੰਬਰ 2 ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਇਹ ਦੋਨੋਂ ਮੈਥਡ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। If you like this video, then share and subscribe my channel. Thank you. Have a nice day.